ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ ਹਮੇਸ਼ਾ ਦੀ ਤਰ੍ਹਾਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ 10ਵੀਂ ਸ਼੍ਰੇਣੀ ਦਾ ਪਾਠ 8 ਹੈ ਜੀ। 10ਵੀਂ ਸ਼੍ਰੇਣੀ ਦਾ ਪਾਠ ਨੰਬਰ 8 ਹੈ ਜੀ, ਜਿਸ ਦੇ ਵਿੱਚ ਅੱਜ ਅਸੀਂ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ, ਯਾਨੀ ਕਿ ਜੋ ਦੋ ਯੁੱਧ ਹੋਏ ਆ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ, ਔਰ ਕਿਸ ਤਰ੍ਹਾਂ ਫਿਰ ਅੰਗਰੇਜ਼ਾਂ ਨੇ ਜਿਹੜਾ ਪੰਜਾਬ ਦੇ ਉੱਪਰ ਕਬਜ਼ਾ ਕੀਤਾ, ਉਸ ਬਾਰੇ ਅੱਜ ਅਸੀਂ ਇਸ ਲੈਸਨ ਦੇ ਵਿੱਚ ਪੂਰੀ ਜਾਣਕਾਰੀ ਹੈ ਜਿਹੜੀ ਹਾਸਲ ਕਰਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ PSEB ਦੀ ਸਾਈਟ ਦੇ ਅਨੁਸਾਰ, ਠੀਕ ਹੈ ਜੀ, PSEB ਨੇ ਜੋ ਸੈਕਿੰਡ ਟਰਮ ਦਾ ਤੁਹਾਡਾ ਸਿਲੇਬਸ ਹੈ SST ਦਾ, ਇਸ ਚੈਨਲ 'ਤੇ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਚੈਨਲ ਨੂੰ, ਤਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਸਾਰੀਆਂ ਵੀਡੀਓਜ਼ SST ਨਾਲ ਲਗਭਗ 300 ਤੋਂ ਉੱਪਰ ਜਿਹੜੀਆਂ ਵੀਡੀਓ ਇਸ ਚੈਨਲ ਦੇ ਉੱਪਰ ਪਾਈਆਂ ਹੋਈਆਂ, ਸਾਰੇ ਗੁਰੂ ਸਾਹਿਬਾਨ ਨਾਲ ਸੰਬੰਧਿਤ, ਔਰ ਉਸ ਤੋਂ ਇਲਾਵਾ ਹੋਰ ਵੀ ਨਾਲ ਗੂਗਲ ਫਾਰਮ ਅਟੈਚ ਜੋ ਕਿ ਕਮੈਂਟ ਬਾਕਸ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਪਏ ਆ, ਜਿੱਥੇ ਜਾ ਕੇ ਤੁਸੀਂ ਆਪਣੇ ਅਭਿਆਸ ਟੈਸਟ ਵੀ ਕਰ ਸਕਦੇ ਹੋ। ਤੋ ਸੈਕਿੰਡ ਟਰਮ ਦਾ ਸਿਲੇਬਸ ਵੀ ਇੱਥੇ ਪੂਰਾ ਦੱਸਿਆ ਗਿਆ ਹੈ। ਉਸ ਤੋਂ ਇਲਾਵਾ ਸੈਕਿੰਡ ਟਰਮ ਦਾ ਆਲ ਸਬਜੈਕਟਸ ਦਾ ਸਿਲੇਬਸ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ PSEB ਤੋਂ, ਉਹ ਵੀ ਇਸ ਜਿਹੜੀ ਜਾਣਕਾਰੀ ਹੈ ਸਾਰੀ ਇੱਕ ਵੀਡੀਓ ਦੇ ਰਾਹੀਂ ਤੁਹਾਨੂੰ ਦਿੱਤੀ ਗਈ ਆ। ਤਾਂ ਚੈਨਲ 'ਤੇ ਜਾ ਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ, ਠੀਕ ਹੈ। ਤਾਂ ਜਿਹੜਾ ਇਸ ਲੈਸਨ ਦੇ ਵਿੱਚ ਜੋ ਵੰਡ ਕੀਤੀ ਗਈ ਹੈ, 2 ਨੰਬਰ ਦਾ ਸਾਨੂੰ ਜੋ ਕੁਐਸਚਨ ਆਏਗਾ ਔਰ 1 ਨੰਬਰ ਦਾ ਮੈਪ, ਯਾਨੀ ਕਿ ਕੁੱਲ ਮਿਲਾ ਕੇ 3 ਨੰਬਰ ਦਾ ਜਿਹੜਾ ਇਸ ਲੈਸਨ ਦੇ ਵਿੱਚੋਂ ਤੁਹਾਨੂੰ ਜਿਹੜਾ ਆਉਣ ਵਾਲਾ ਹੈ ਪੇਪਰ, ਠੀਕ ਹੈ ਜੀ। ਤੋ ਇਸ ਲੈਸਨ ਦੇ ਵਿੱਚੋਂ 3 ਨੰਬਰ ਦਾ ਪੇਪਰ ਹੈ, ਤਾਂ ਬੜੇ ਹੀ ਧਿਆਨ ਦੇ ਨਾਲ ਸਾਰੇ ਦੇ ਸਾਰੇ ਲੈਸਨ ਨੂੰ ਅੱਛੇ ਤਰੀਕੇ ਨਾਲ ਰੀਡ ਕਰਨਾ ਹੈ, ਕਿਉਂਕਿ 2 ਨੰਬਰ ਦਾ ਜਿਹੜਾ ਕੁਐਸਚਨ ਹੁੰਦਾ ਹੈ 30 ਤੋਂ 35 ਸ਼ਬਦ ਤੁਸੀਂ ਉਸ 'ਤੇ ਲਿਖਣੇ ਹੋਣਗੇ। 30 ਤੋਂ 35 ਸ਼ਬਦ ਦੇ ਵਿੱਚ ਜਿਹੜਾ ਉਹ ਕੁਐਸਚਨ ਲਿਖਣਾ ਹੋਊਗਾ। ਤਾਂ ਬਹੁਤ ਹੀ ਛੋਟਾ ਜਿਹਾ ਜਿਹੜਾ ਕਹਿ ਲਓ ਕਿ ਕੁਐਸਚਨ ਹੈ, ਬਟ ਕੁਐਸਚਨ ਕੁਛ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਕਿ ਜੋ ਹੋ ਸਕਦਾ ਸਾਡੀ ਅਭਿਆਸ ਪੁਸਤਕਾਂ ਦੇ ਪਿਛਲੇ ਪਾਸੇ ਨਾ ਹੋਵੇ। ਤਾਂ ਲੈਸਨ ਨੂੰ ਰੀਡ ਕਰਨਾ, ਲੈਸਨ ਦੇ ਵਿੱਚੋਂ ਆਪਣੇ ਖੁਦ ਕੋਸ਼ਿਸ਼ ਕਰਨੀ ਆ ਅਸੀਂ ਕਿ ਵੱਧ ਤੋਂ ਵੱਧ ਜਿਹੜੇ ਕੁਐਸਚਨ ਆ 2-4 ਨੰਬਰ ਦੇ ਅਸੀਂ 2-2 ਨੰਬਰ ਦੇ ਉਹਦੇ ਵਿੱਚੋਂ ਕੱਢ ਸਕੀਏ, ਠੀਕ ਹੈ ਜੀ। ਤੋ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਅਸੀਂ ਅੱਜ ਦੀ ਜਿਹੜੀ ਇਹ ਵੀਡੀਓ ਸਟਾਰਟ ਕਰਦੇ ਹਾਂ। ਤਾਂ ਅੰਗਰੇਜ਼ਾਂ ਦੇ ਸਿੱਖਾਂ ਦਾ ਜਿਹੜਾ ਪਹਿਲਾ ਯੁੱਧ ਹੁੰਦਾ, ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਇਹ ਇੱਕ ਮਹੱਤਵਪੂਰਨ ਡੇਟ ਹੈ 1845 ਤੋਂ 1846 ਈਸਵੀ ਦੇ ਵਿੱਚ ਜਿਹੜਾ ਪਹਿਲਾ ਯੁੱਧ ਹੁੰਦਾ ਹੈ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਉਸ ਦੇ ਉੱਤਰਾਧਿਕਾਰੀ ਸੀ ਉਹ ਕਮਜ਼ੋਰ ਅਤੇ ਅਯੋਗ ਹਾਕਮ ਸਿੱਧ ਹੋਏ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਜਿਹੜੇ ਉਹਦੇ ਉੱਤਰਾਧਿਕਾਰੀ ਸੀਗੇ, ਅੱਗੇ ਉੱਤਰਾਧਿਕਾਰੀ ਤੋਂ ਤੁਸੀਂ ਸਮਝਦੇ ਹੋ ਜਿਸ ਨੂੰ ਅੱਗੇ ਜਿਹੜਾ ਉਸ ਦਾ ਜਿਹੜੀ ਗੱਦੀ ਸੌਂਪੀ ਜਾਂਦੀ ਸੀ ਜਾਂ ਰਾਜ ਭਾਗ ਸੌਂਪਿਆ ਜਾਂਦਾ ਸੀਗਾ, ਤਾਂ ਕਮਜ਼ੋਰ ਤੇ ਅਯੋਗ ਸੀਗੇ, ਜਾਣੀ ਕਿ ਜਿੰਨੇ ਮਹਾਰਾਜਾ ਰਣਜੀਤ ਸਿੰਘ ਨਿਪੁੰਨ ਸੀਗੇ ਉਹਨੇ ਉਹ ਨਹੀਂ ਸੀ। ਉਹਨਾਂ ਦੀ ਕਮਜ਼ੋਰੀ ਕਾਰਨ ਲਾਹੌਰ ਰਾਜ ਵਿੱਚ ਧੜੇਬੰਦੀ ਨੇ ਜਨਮ ਲਿਆ। ਅੰਗਰੇਜ਼ਾਂ ਨੇ ਲਾਹੌਰ ਰਾਜ ਦੀ ਕਮਜ਼ੋਰੀ ਦਾ ਲਾਭ ਉਠਾਉਂਦਿਆਂ ਸਿੱਖਾਂ ਨਾਲ 2 ਯੁੱਧ ਕੀਤੇ। ਪਹਿਲਾ ਯੁੱਧ ਜਿਹੜਾ 1845 ਤੋਂ 1846 ਈਸਵੀ ਵਿੱਚ ਲੜਿਆ ਗਿਆ। ਤਾਂ ਉਸ ਧੜੇਬੰਦੀ ਦਾ ਲਾਭ ਉਠਾ ਕੇ ਜਿਹੜਾ ਅੰਗਰੇਜ਼ਾਂ ਦੁਆਰਾ ਜਿਹੜਾ ਸਿੱਖਾਂ ਨਾਲ ਜਿਹੜੇ 2 ਯੁੱਧ ਕੀਤੇ ਗਏ ਆ, ਠੀਕ ਹੈ। ਤਾਂ ਅੰਗਰੇਜ਼ਾਂ ਦਾ ਕੰਮ ਹੀ ਇਹ ਸੀ ਕਿ ਫੁੱਟ ਪਾਓ ਅਤੇ ਰਾਜ ਕਰੋ, ਇਹ ਸੀ ਸਾਰਿਆਂ ਨੇ ਹੀ ਪੜ੍ਹਿਆ ਹੈ। ਤੋ ਕਾਰਨ ਕੀ ਸੀਗੇ? ਸਭ ਤੋਂ ਪਹਿਲਾਂ ਕਿ ਜਿਹੜਾ ਪਹਿਲਾ ਯੁੱਧ ਹੋਇਆ ਉਹਦੇ ਕੀ ਕਾਰਨ ਸਨ। ਤਾਂ ਨੇਚਰਲੀ ਹੈ ਕਿਸੇ ਵੀ ਜੰਗ ਜਾਂ ਯੁੱਧ ਦੇ ਪਿੱਛੇ ਵਜ੍ਹਾ ਹੁੰਦੀ ਹੈ, ਕਾਰਨ ਹੁੰਦੀ ਹੈ। ਤਾਂ ਪਹਿਲਾਂ ਅਸੀਂ 1 ਬਾਏ 1 ਜਿਹੜੇ ਅਸੀਂ ਕਾਰਨ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਇੱਥੇ ਸਾਡੇ ਸਾਹਮਣੇ ਅੰਗਰੇਜ਼ਾਂ ਦੀ ਲਾਹੌਰ ਰਾਜ ਉੱਤੇ ਘੇਰਾ ਪਾਉਣ ਦੀ ਨੀਤੀ। ਸਭ ਤੋਂ ਪਹਿਲਾਂ ਜਿਹੜੀ ਅੰਗਰੇਜ਼ਾਂ ਦੀ ਲਾਹੌਰ ਰਾਜ ਉੱਪਰ ਘੇਰਾ ਪਾਉਣ ਦੀ ਨੀਤੀ, ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿੱਚ ਹੀ ਲਾਹੌਰ ਰਾਜ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸੇ ਮੰਤਵ ਲਈ ਉਹਨਾਂ ਨੇ 1835 ਈਸਵੀ ਵਿੱਚ ਫਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ। ਤੋ ਇੱਕ ਇਸ ਤਰ੍ਹਾਂ ਜਿਹੜੀਆਂ ਡੇਟਸ ਆਉਂਦੀਆਂ ਉਹ ਮਹੱਤਵਪੂਰਨ ਡੇਟਸ ਹੁੰਦੀਆਂ। ਤਾਂ ਅਸੀਂ ਸ਼ੁਰੂ ਕਰਨ ਲੱਗਿਆ 1835 ਈਸਵੀ, ਇਹਦੇ ਵਿੱਚ ਪਹਿਲੀ ਸਾਡੇ ਕੋਲ ਡੇਟ ਆਈ ਹੈ 1835। ਤਾਂ 1835 ਈਸਵੀ ਵਿੱਚ ਜਿਹੜਾ ਅੰਗਰੇਜ਼ਾਂ ਨੇ ਕਿੱਥੇ ਕਬਜ਼ਾ ਕੀਤਾ ਹੈ? ਫਿਰੋਜ਼ਪੁਰ ਦੇ ਉੱਪਰ, ਠੀਕ ਹੈ ਜੀ। 1835 ਈਸਵੀ ਵਿੱਚ ਉਹਨਾਂ ਨੇ ਫਿਰੋਜ਼ਪੁਰ 'ਤੇ ਕਬਜ਼ਾ ਕਰ ਲਿਆ। 1838 ਵਿੱਚ ਉਹਨਾਂ ਨੇ ਉੱਥੇ ਸੈਨਿਕ ਛਾਉਣੀ ਕਾਇਮ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਤਾਂ ਅੰਗਰੇਜ਼ਾਂ ਦੀ ਇਸ ਨੀਤੀ ਦਾ ਵਿਰੋਧ ਕੀਤਾ ਹੀ ਲਾਹੌਰ ਦਰਬਾਰ ਦੇ ਸਰਦਾਰਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ, ਠੀਕ ਹੈ। ਤੋ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਸ ਜਿਹੜੀ ਨੀਤੀ ਦਾ ਵਿਰੋਧ ਕੀਤਾ ਗਿਆ ਤਾਂ ਲਾਹੌਰ ਦਰਬਾਰ ਦੇ ਸਰਦਾਰਾਂ ਨੇ ਵੀ, ਠੀਕ ਹੈ ਜੀ। 35 ਦੇ ਵਿੱਚ ਫਿਰੋਜ਼ਪੁਰ ਉੱਤੇ ਕਬਜ਼ਾ ਕੀਤਾ ਹੈ ਔਰ 38 ਦੇ ਵਿੱਚ ਜਿਹੜਾ ਉਸਨੇ ਉੱਥੇ ਕੀ ਆਪਣੀ ਛਾਉਣੀ ਸਥਾਪਿਤ ਕੀਤੀ ਅੰਗਰੇਜ਼ਾਂ ਨੇ, ਠੀਕ ਹੈ। ਤੋ ਫਸਟ ਤਾਂ ਇਹ ਕਾਰਨ ਹੋ ਗਿਆ ਇੱਕ ਕਿ ਅੰਗਰੇਜ਼ ਆ ਜਿਹੜੇ ਆਪਣੀ ਜਿਹੜੀ ਸਥਿਤੀ ਉਹ ਕਾਇਮ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਪਿੱਛੋਂ ਪੰਜਾਬ ਵਿੱਚ ਅਰਾਜਕਤਾ ਅਤੇ ਗੜਬੜ, ਇਹ ਵੀ ਇੱਕ ਵੱਡਾ ਕਾਰਨ ਸੀਗਾ,
ठीक है। महाराजा रणजीत ਸਿੰਘ ਤੋਂ ਪਿੱਛੋਂ ਜਿਹੜਾ ਦੂਸਰੇ ਨੰਬਰ ਦਾ ਕਾਰਨ ਰਿਹਾ ਕਿ ਉਹਨਾਂ ਤੋਂ ਪਿੱਛੋਂ ਜਿਹੜੀ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਕਿ ਅਯੋਗ ਸੀਗੇ ਉੱਤਰਾਧਿਕਾਰੀ। ਤਾਂ ਮਹਾਰਾਜਾ ਰਣਜੀਤ ਸਿੰਘ ਪਿੱਛੋਂ ਜਿਹੜੀ ਪੰਜਾਬ ਦੇ ਵਿੱਚ ਅਰਾਜਕਤਾ ਤੇ ਗੜਬੜ ਫੈਲੀ। ਉਹਨਾਂ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਸ਼ਾਂਤੀ ਤੇ ਅਰਾਜਕਤਾ ਫੈਲ ਗਈ। ਇਸ ਦਾ ਕਾਰਨ ਇਹ ਹੀ ਸੀ ਕਿ ਉਸ ਦੇ ਉੱਤਰਾਧਿਕਾਰੀ ਖੜਕ ਸਿੰਘ, ਨੌਨਿਹਾਲ ਸਿੰਘ, ਰਾਣੀ ਜਿੰਦ ਕੌਰ ਅਤੇ ਸ਼ੇਰ ਸਿੰਘ ਨਿਰਬਲ ਅਤੇ ਕਮਜ਼ੋਰ ਹਾਕਮ ਸਿੱਧ ਹੋਏ। ਹੁਣ ਉੱਤਰਾਧਿਕਾਰੀਆਂ ਦੀ ਗੱਲ ਚੱਲੀ ਹੈ ਤਾਂ ਖੜਕ ਸਿੰਘ ਨਾਮ ਆਇਆ ਸਭ ਤੋਂ ਪਹਿਲਾਂ, ਠੀਕ ਹੈ ਜੀ। ਨੌਨਿਹਾਲ ਸਿੰਘ, ਰਾਣੀ ਜਿੰਦ ਕੌਰ ਤੇ ਸ਼ੇਰ ਸਿੰਘ ਨਿਰਬਲ ਅਤੇ ਕਮਜ਼ੋਰ ਸਨ। ਉਹਨਾਂ ਦੀ ਕਮਜ਼ੋਰੀ ਦੇ ਕਾਰਨ ਦਰਬਾਰ ਵਿੱਚ ਸਰਦਾਰਾਂ ਨੇ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਾਲਾਤ ਦਾ ਲਾਭ ਜਿਹੜਾ ਅੰਗਰੇਜ਼ਾਂ ਨੂੰ, ਜਿਹੜੇ ਅੰਗਰੇਜ਼ ਆ, ਇਸ ਦਾ ਪੂਰਾ ਫਾਇਦਾ ਜਿਹੜਾ ਚੁੱਕਣਾ ਚਾਹੁੰਦੇ ਸਨ। ਤਾਂ ਅਸੀਂ ਜਾਣਦੇ ਹੀ ਹਾਂ ਕਿ ਸ਼ੁਰੂ ਤੋਂ ਹੀ ਜਿਹੜੀ ਅੰਗਰੇਜ਼ਾਂ ਦੀ ਨੀਤੀ ਰਹੀ ਹੈ ਫੁੱਟ ਪਾਓ ਅਤੇ ਰਾਜ ਕਰੋ। ਤਾਂ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਦੇ ਅਨੁਸਾਰ ਹੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਉਹਨਾਂ ਦੀ ਆਪਸ ਵਿੱਚ ਜਿਹੜੀ ਗੜਬੜ ਆ ਕਿਤੇ ਵੀ, ਤਾਂ ਉਹ ਆਪਣਾ ਜਿਹੜਾ ਉੱਥੇ ਕੋਸ਼ਿਸ਼ ਕਰਦੇ ਸੀ ਕਿ ਜਲਦੀ ਤੋਂ ਜਲਦੀ ਉਸ ਦਾ ਲਾਭ ਉਠਾਇਆ ਜਾ ਸਕੇ। ਠੀਕ ਹੈ ਜੀ, ਇੱਕ ਕਾਰਨ ਇਹ ਹੋ ਗਿਆ। ਨੈਕਸਟ ਹੈ ਜੀ ਪਹਿਲੇ ਅਫਗਾਨ ਯੁੱਧ ਵਿੱਚ ਅੰਗਰੇਜ਼ਾਂ ਦੀਆਂ ਮੁਸੀਬਤਾਂ ਅਤੇ ਅਸਫਲਤਾਵਾਂ। ਪਹਿਲੇ ਅਫਗਾਨ ਯੁੱਧ ਵਿੱਚ ਅੰਗਰੇਜ਼ਾਂ ਦੀਆਂ ਮੁਸੀਬਤਾਂ ਅਤੇ ਅਸਫਲਤਾਵਾਂ। ਤੀਜੇ ਨੰਬਰ ਦਾ ਕਾਰਨ ਹੈ ਜੀ ਇਹ ਪਹਿਲੇ ਯੁੱਧ ਦਾ ਅੰਗਰੇਜ਼ਾਂ ਤੇ ਸਿੱਖਾਂ ਦੇ। ਪਹਿਲੇ ਐਂਗਲੋ ਅਫਗਾਨ ਯੁੱਧ ਦੇ ਖਤਮ ਹੁੰਦਿਆਂ ਹੀ ਨਵੰਬਰ 1841 ਈਸਵੀ ਵਿੱਚ ਅਫਗਾਨਾਂ ਨੇ ਦੋਸਤ ਖਾਂ ਦੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਅਗਵਾਈ ਵਿੱਚ ਵਿਦਰੋਹ ਕਰ ਦਿੱਤਾ। ਅੰਗਰੇਜ਼ ਵਿਦਰੋਹੀਆਂ ਨੂੰ ਦਬਾਉਣ ਵਿੱਚ ਅਸਫਲ ਰਹੇ। ਅੰਗਰੇਜ਼ ਸੈਨਾ ਨਾਇਕ ਬਰਜਨ ਅਤੇ ਮੈਕਨਾਟਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਪਸ ਜਾ ਰਹੇ ਅੰਗਰੇਜ਼ ਸੈਨਿਕਾਂ ਵਿੱਚੋਂ ਕੇਵਲ ਬਰਾਈਡਨ ਨਾਮੀ ਸੈਨਿਕ ਹੀ ਬਚਿਆ। ਅੰਗਰੇਜ਼ਾਂ ਦੀ ਇਸ ਅਸਫਲਤਾ ਕਰਕੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਯੁੱਧ ਕਰਨ ਦਾ ਉਤਸ਼ਾਹ ਵੱਧ ਗਿਆ। ਯਾਨੀ ਕਿ ਜਦੋਂ ਅੰਗਰੇਜ਼ ਅਫਗਾਨਾਂ ਤੋਂ ਹਾਰ ਗਏ ਤਾਂ ਸਿੱਖਾਂ ਦੇ ਵਿੱਚ ਇੱਕ ਉਤਸ਼ਾਹ ਜਿਹਾ ਹੋ ਗਿਆ ਕਿ ਉਹ ਵੀ ਇਹਨਾਂ ਨੂੰ ਹਰਾ ਸਕਦੇ। ਯਾਨੀ ਕਿ ਸਿੱਖਾਂ ਦਾ ਅੰਗਰੇਜ਼ਾਂ ਨਾਲ ਯੁੱਧ ਕਰਨ ਦੀ ਜਿਹੜੀ ਇੱਛਾ ਸੀਗੀ ਉਹਨਾਂ ਦੇ ਵਿੱਚ ਕੀ ਆ, ਵਾਧਾ ਹੋਇਆ, ਉਤਸ਼ਾਹ ਮਿਲਿਆ ਉਹਨਾਂ ਨੂੰ ਇਸ ਨਾਲ। ਜਦੋਂ ਜਿਹੜੇ ਅੰਗਰੇਜ਼ ਆ ਅਫਗਾਨਾਂ ਤੋਂ ਯੁੱਧ ਹਾਰ ਗਏ 1841 ਈਸਵੀ ਦੇ ਵਿੱਚ, ਤਾਂ ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਤਾਂ ਸਿੱਖਾਂ ਦੇ ਮਨ ਦੇ ਵਿੱਚ ਇਹ ਪਿਆ ਕਿ ਅਸੀਂ ਵੀ ਅੰਗਰੇਜ਼ਾਂ ਨੂੰ ਕੀ ਆ, ਹਰਾ ਸਕਦੇ ਹਾਂ। ਤਾਂ ਉਹਨਾਂ ਜਿਹੜਾ ਉਤਸ਼ਾਹ ਵਧਿਆ ਉਹਨਾਂ ਦਾ। ਠੀਕ ਹੈ, ਇਹ ਲਾਸਟ ਵਾਲੀ ਲਾਈਨ ਤੁਸੀਂ ਧਿਆਨ ਨਾਲ ਦੇਖ ਲੈਣਾ ਕਿ ਅੰਗਰੇਜ਼ਾਂ ਵਿਰੁੱਧ ਯੁੱਧ ਕਰਨ ਦਾ ਉਤਸ਼ਾਹ ਜਿਹੜਾ ਉਹਨਾਂ ਵਿੱਚ ਵੱਧ ਗਿਆ। ਠੀਕ ਹੈ ਜੀ, ਨੈਕਸਟ ਹੈ ਜੀ ਅੰਗਰੇਜ਼ਾਂ ਦਾ ਸਿੰਧ ਉੱਤੇ ਅਧਿਕਾਰ। ਤਾਂ ਅਫਗਾਨ ਯੁੱਧ ਦੀ ਸਮਾਪਤੀ ਬਾਅਦ ਲਾਰਡ ਐਲਨਬਰਾ ਨੇ ਸਿੰਧ ਉੱਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ, ਭਾਵੇਂ ਸਿੰਧ ਦੇ ਅਮੀਰ। ਤਾਂ ਲਾਰਡ ਐਲਨਬਰਾ ਦਾ ਨਾਮ ਆਇਆ ਹੈ ਇੱਥੇ, ਤਾਂ ਨਾਮ ਯਾਦ ਰੱਖਣਾ ਹੈ ਅਸੀਂ। ਫੈਸਲਾ ਕੀਤਾ ਭਾਵੇਂ ਸਿੰਧ ਦੇ ਅਮੀਰ ਅੰਗਰੇਜ਼ਾਂ ਪ੍ਰਤੀ ਸਦਾ ਹੀ ਵਫਾਦਾਰ ਰਹੇ ਸਨ, ਫਿਰ ਵੀ ਲਾਰਡ ਐਲਨਬਰਾ ਦੇ ਆਦੇਸ਼ ਅਨੁਸਾਰ ਚਾਰਲਸ ਨੈਪੀਅਰ ਨੇ ਸਿੰਧ ਦੇ ਅਮੀਰਾਂ ਉੱਤੇ ਇਲਜ਼ਾਮ ਲਾ ਕੇ ਉਹਨਾਂ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਸਿੰਧ ਦੇ ਅਮੀਰਾਂ ਨੂੰ ਹਰਾ ਕੇ ਉਸਨੇ ਮਾਰਚ 1843 ਈਸਵੀ ਨੂੰ ਸਿੰਧ ਉੱਤੇ ਕਬਜ਼ਾ ਕਰ ਲਿਆ। ਤੋਂ ਸਿੰਧ ਉੱਤੇ ਕਦੋਂ ਕਬਜ਼ਾ ਕੀਤਾ ਹੈ? ਮਾਰਚ 1843 ਈਸਵੀ ਨੂੰ। ਠੀਕ ਹੈ ਜੀ, 1843 ਠੀਕ ਹੈ ਜੀ, 43 ਈਸਵੀ ਵਿੱਚ। ਔਰ ਕੌਣ ਕਰਦਾ ਹੈ ਕਬਜ਼ਾ? ਚਾਰਲਸ ਨੈਪੀਅਰ। ਠੀਕ ਹੈ, ਇਸ ਤਰ੍ਹਾਂ ਤੁਸੀਂ ਹਰੇਕ ਜੋ ਵੀ ਕੋਈ ਨਾਮ ਹੈ ਉਹਨਾਂ ਨੂੰ ਅੰਡਰਲਾਈਨ ਕਰਦੇ ਜਾਣਾ, ਲਿਖਦੇ ਜਾਣਾ ਹੈ ਆਪਣੀ ਬੁੱਕ ਦੇ ਉੱਪਰ। ਠੀਕ ਹੈ, ਤੋ ਅੰਗਰੇਜ਼ਾਂ ਦੀ ਇਸ ਕਾਰਵਾਈ ਤੋਂ ਸਿੱਖਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਅੰਗਰੇਜ਼ ਪੰਜਾਬ ਉੱਤੇ ਕਬਜ਼ਾ ਕਰਨ ਲਈ ਹੀ ਉਸ ਦੁਆਲੇ ਘੇਰਾ ਪਾ ਰਹੇ ਹਨ। ਅੱਗੇ ਹੈਗਾ ਐਲਨਬਰਾ ਦੀ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ। ਹੁਣ ਸਿੰਧ ਅਤੇ ਕੈਥਲ ਨੂੰ ਅੰਗਰੇਜ਼ ਸਾਮਰਾਜ ਵਿੱਚ ਸ਼ਾਮਲ ਕਰਨ ਅਤੇ ਗਵਾਲੀਅਰ ਰਾਜ ਦੀ ਤਾਕਤ ਨੂੰ ਕਮਜ਼ੋਰ ਕਰਨ ਪਿੱਛੋਂ ਐਲਨਬਰਾ ਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਉਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਉਸ ਦੇ ਸੈਨਿਕ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ। ਪਤਾ ਲੱਗਣ ਤੇ ਸਿੱਖਾਂ ਨੇ ਵੀ ਯੁੱਧ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਠੀਕ ਹੈ ਜੀ, ਤੋ ਇਸ ਤਰ੍ਹਾਂ ਐਲਨਬਰਾ ਨੇ ਜਿਹੜੀਆਂ ਤਿਆਰੀਆਂ ਸ਼ੁਰੂ ਕੀਤੀਆਂ ਤਾਂ ਉਧਰੋਂ ਸਿੱਖਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਅਸੀਂ ਪੜ੍ਹ ਰਹੇ ਹਾਂ ਪਹਿਲੇ ਅੰਗਰੇਜ਼ ਸਿੱਖ ਯੁੱਧ ਦੇ ਕਾਰਨ ਕੀ ਸੀਗੇ। 1845 ਈਸਵੀ ਤੋਂ 1846 ਈਸਵੀ ਵਿੱਚ ਇਹ ਯੁੱਧ ਹੋਇਆ ਸੀ, ਪਹਿਲਾ ਅੰਗਰੇਜ਼ ਸਿੱਖ ਯੁੱਧ। ਠੀਕ ਹੈ ਜੀ, ਤਾਂ ਦੂਸਰਾ ਅੱਗੇ ਕੀ ਕਾਰਨ ਹੈ ਕਿ ਲਾਰਡ ਹਾਰਡਿੰਗ ਦੀ ਗਵਰਨਰ ਜਨਰਲ ਦੀ ਪਦਵੀ ਤੇ ਨਿਯੁਕਤੀ।
ਜੁਲਾਈ 1844 ਈਸਵੀ ਨੂੰ ਲਾਰਡ ਐਲਨਬਰਾ ਦੀ ਥਾਂ ਤੇ ਲਾਰਡ ਹਾਰਡਿੰਗ ਨੂੰ ਪੰਜਾਬ ਦਾ ਗਵਰਨਰ ਜਨਰਲ ਨਿਯੁਕਤ ਕਰ ਦਿੱਤਾ ਗਿਆ। ਲਾਰਡ ਹਾਰਡਿੰਗ ਇੱਕ ਪ੍ਰਸਿੱਧ ਸੈਨਾ ਨਾਇਕ ਸੀ। ਉਸ ਦੀ ਨਿਯੁਕਤੀ ਨਾਲ ਸਿੱਖਾਂ ਵਿੱਚ ਇਹ ਭਾਵ ਪੈਦਾ ਹੋ ਗਿਆ ਕਿ ਲਾਰਡ ਐਲਨਬਰਾ ਨੂੰ ਜਾਣਬੁੱਝ ਕੇ ਲੰਡਨ ਵਿਖੇ ਵਾਪਸ ਬੁਲਾ ਲਿਆ ਗਿਆ ਹੈ ਅਤੇ ਉਸ ਦੀ ਥਾਂ ਤੇ ਉੱਘੇ ਸੈਨਾ ਨਾਇਕ ਨੂੰ ਭਾਰਤ ਭੇਜਿਆ ਗਿਆ ਹੈ ਤਾਂ ਕਿ ਉਹ ਸਿੱਖਾਂ ਨਾਲ ਸਫਲਤਾਪੂਰਵਕ ਯੁੱਧ ਕਰ ਸਕੇ। ਯਾਨੀ ਕਿ ਅੰਗਰੇਜ਼ ਜਿਹੜਾ ਸਿੱਖਾਂ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਹੁਣ ਜਿਹੜਾ ਸਾਡੇ ਯੁੱਧ ਆ ਉਹ ਜ਼ਰੂਰ ਹੋਏਗਾ। ਤਾਂ ਲਾਰਡ ਹਾਰਡਿੰਗ ਆ ਜਿਹੜਾ ਉਸ ਨੂੰ ਜੁਲਾਈ 1844 1844 ਡੇਟ ਯਾਦ ਰੱਖਣੀ ਆ ਈਸਵੀ ਵਿੱਚ ਜਿਹੜਾ ਪੰਜਾਬ ਦਾ ਜਿਹੜਾ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ। ਠੀਕ ਹੈ ਜੀ। ਅੱਗੇ ਅੰਗਰੇਜ਼ਾਂ ਦੀਆਂ ਫੌਜੀ ਤਿਆਰੀਆਂ ਤੋਂ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਐਲਨਬਰਾ ਦੀ ਨੀਤੀ ਉੱਤੇ ਚੱਲਦਿਆਂ ਹੋਇਆਂ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਕਰਨ ਦੀਆਂ ਤਿਆਰੀਆਂ ਜਾਰੀ ਰੱਖੀਆਂ। ਉਸਨੇ ਪੰਜਾਬ ਦੀਆਂ ਸਰਹੱਦਾਂ ਉੱਤੇ ਸੈਨਿਕਾਂ ਤੇ ਤੋਪਾਂ ਦੀ ਗਿਣਤੀ ਵਧਾ ਦਿੱਤੀ। ਸਤਲੁਜ ਦਰਿਆ ਉੱਤੇ ਬੇੜੀਆਂ ਦਾ ਪੁਲ ਬਣਾਉਣ ਲਈ ਬੰਬਈ ਵੀ ਬੋਲਦੇ ਸੀ ਉਸ ਸਮੇਂ ਵਿੱਚ ਬੇੜੀਆਂ ਤਿਆਰ ਕੀਤੀਆਂ ਗਈਆਂ। ਅੰਗਰੇਜ਼ਾਂ ਦੀਆਂ ਇਹਨਾਂ ਸੈਨਿਕ ਤਿਆਰੀਆਂ ਤੋਂ ਸਿੱਧ ਹੁੰਦਾ ਸੀ ਕਿ ਉਹ ਸਿੱਖਾਂ ਨਾਲ ਰੱਖਿਆਤਮਕ ਯੁੱਧ ਨਹੀਂ ਸਗੋਂ ਆਕ੍ਰਾਮਕ ਜਿਹੜਾ ਹੈਗਾ ਯੁੱਧ ਕਰਨਾ ਚਾਹੁੰਦੇ ਸਨ। ਸੁਚੇਤ ਸਿੰਘ ਦੇ ਖਜ਼ਾਨੇ ਦਾ ਮਾਮਲਾ ਇਹ ਵੀ ਇੱਕ ਕਾਰਨ ਸੀ ਪਹਿਲੇ ਅੰਗਰੇਜ਼ ਸਿੱਖ ਯੁੱਧ ਦਾ ਕਿ ਡੋਗਰਾ ਸਰਦਾਰ ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਕਰਦਾ ਸੀ। 1844 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਵਿੱਚ ਛੱਡ ਗਿਆ। ਕਿਉਂਕਿ ਸੁਚੇਤ ਸਿੰਘ ਦਾ ਕੋਈ ਪੁੱਤਰ ਨਹੀਂ ਸੀ ਇਸ ਲਈ ਲਾਹੌਰ ਸਰਕਾਰ ਉਸ ਉੱਤੇ ਆਪਣਾ ਹੱਕ ਸਮਝਦੀ ਸੀ। ਠੀਕ ਹੈ, ਕਿਉਂਕਿ ਸੁਚੇਤ ਸਿੰਘ ਦਾ ਕੋਈ ਪੁੱਤਰ ਨਹੀਂ ਸੀ ਇਸ ਕਰਕੇ ਲਾਹੌਰ ਸਰਕਾਰ ਜਿਹੜਾ ਉਸ ਉੱਪਰ ਆਪਣਾ ਹੱਕ ਸਮਝਦੀ ਸੀ ਪਰ ਇਸ ਹੱਕ ਨੂੰ ਅੰਗਰੇਜ਼ ਅਦਾਲਤੀ ਰੂਪ ਦੇਣਾ ਚਾਹੁੰਦੇ ਸਨ। ਇਸ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਦੇ ਇਰਾਦਿਆਂ ਉੱਤੇ ਸ਼ੱਕ ਹੋਣ ਲੱਗਾ। ਠੀਕ ਹੈ ਜੀ। ਤਾਂ ਸੁਚੇਤ ਸਿੰਘ ਦੇ ਖਜ਼ਾਨੇ ਦਾ ਮਾਮਲਾ ਵੀ ਪਹਿਲੇ ਸਿੱਖ ਯੁੱਧ ਦਾ ਇੱਕ ਕਾਰਨ ਸੀ। ਮੌੜਾ ਪਿੰਡ ਦੇ ਮੁਆਮਲੇ ਉੱਤੇ ਮਤਭੇਦ। ਮੌੜਾ ਨਾਂ ਦਾ ਪਿੰਡ ਨਾਭਾ ਰਾਜ ਵਿੱਚ ਸਥਿਤ ਸੀ। ਉਹ ਪਿੰਡ ਨਾਭਾ ਦੇ ਹਾਕਮ ਜਸਵੰਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅੱਗੇ ਉਹ ਪਿੰਡ ਸਰਦਾਰ ਧੰਨਾ ਸਿੰਘ ਨੂੰ ਦੇ ਦਿੱਤਾ ਸੀ। 1843 ਈਸਵੀ ਵਿੱਚ ਨਾਭਾ ਦਾ ਰਾਜਾ ਦਵਿੰਦਰ ਸਿੰਘ ਸਰਦਾਰ ਧੰਨਾ ਸਿੰਘ ਨਾਲ ਨਾਰਾਜ਼ ਹੋ ਗਿਆ। ਉਸਨੇ ਮੌੜਾ ਪਿੰਡ ਸਰਦਾਰ ਧੰਨਾ ਸਿੰਘ ਤੋਂ ਵਾਪਸ ਲੈ ਲਿਆ। ਇਸ ਲਈ ਲਾਹੌਰ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਪਰ ਅੰਗਰੇਜ਼ਾਂ ਨੇ ਨਾਭੇ ਦੇ ਰਾਜੇ ਦਾ ਜੋ ਉਹਨਾਂ ਦੀ ਰੱਖਿਆ ਹੇਠ ਸੀ ਪੱਖ ਲਿਆ। ਸਿੱਖਾਂ ਨੂੰ ਇਹ ਗੱਲ ਚੰਗੀ ਨਹੀਂ ਸੀ। ਤੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਦਾ ਕੰਮ ਸੀਗਾ ਕਿ ਜਿੱਥੇ ਲੜਾਈ ਹੁੰਦੀ ਸੀ ਉਸ ਨੂੰ ਸ਼ਾਂਤ ਨਹੀਂ ਕਰਨਾ, ਵਧਾਉਣਾ, ਕਿਉਂਕਿ ਅੰਗਰੇਜ਼ਾਂ ਦੀ ਨੀਤੀ ਸੀਗੀ ਕਿ ਫੁੱਟ ਪਾਓ ਤੇ ਰਾਜ ਕਰੋ। ਤੋ ਇਸ ਤਰ੍ਹਾਂ ਉਹ ਜਿੱਥੇ ਕਿਤੇ ਫੁੱਟ ਦੇਖਦੀ ਸੀ ਉਸ ਨੂੰ ਹੋਰ ਜ਼ਿਆਦਾ ਵਧਾ ਕੇ ਉਸ ਵਿੱਚ ਸ਼ਾਮਲ ਹੋ ਜਾਂਦੀ ਸੀ। ਠੀਕ ਹੈ ਜੀ। ਤੋ ਮੇਜਰ ਬਰਾਡਫੁੱਟ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ ਇਹ ਵੀ ਇੱਕ ਕਾਰਨ ਸੀ 1845 ਤੇ 46 ਦੇ ਯੁੱਧ ਦਾ ਕਿ ਨਵੰਬਰ 1844 ਵਿੱਚ ਮੇਜਰ ਬਰਾਡਫੁੱਟ ਲੁਧਿਆਣਾ ਵਿਖੇ ਬ੍ਰਿਟਿਸ਼ ਏਜੰਟ ਨਿਯੁਕਤ ਹੋਇਆ। तो ये भी तुसी अंडरलाइन कर लेना है अंडरलाइन और इसनों नोट भी करना है कि 1844 ईस्वी में मेजर ब्राडफुट लुधियाना विखे ब्रिटिश एजेंट नियुक्त होया। वो सिखां प्रति घृणा दीआं भावनावां रखदा सी, इसलिए उसने सिखां विरुद्ध कई अजिहियां कार्रवाइयां कीतियां जिस नाल सिख अंग्रेज़ां दे खिलाफ भड़क उठे। ठीक है, तो मेजर ब्राडफुट लुधियाना विखे ब्रिटिश एजेंट नियुक्त किया गया 1844 ईस्वी दे विच। तो अगे है ये महत्वपूर्ण, बहुत महत्वपूर्ण है लाल सिंह ते तेज सिंह दा सिख सेना नूं उकसाउणा। ठीक है, क्योंकि सितंबर 1845 ईस्वी विच लाल सिंह अते लाहौर राज दा प्रधान मंत्री बनिया। तो ये भी असी जो महत्वपूर्ण जो भी डेट्स आ रही हैं 45 दे विच सितंबर 1845 ईस्वी दे विच लाल सिंह लाहौर राज दा प्रधान मंत्री बनिया। उस वेले ही तेज सिंह नूं सिख सेना दा प्रधान सेनापति थापिया गया। लाल सिंह अते तेज सिंह, लाल सिंह कोई की सीगा लाहौर राज दा प्रधान मंत्री बनिया ते तेज सिंह सी जो उसनूं सिख सेना दा प्रधान सेनापति थापिया गया। उस समय तक सिख सेना की ताकत बहुत वध गई सी। राज दे सारे ही महत्वपूर्ण फैसले सेना द्वारा ही किए जाते सन। लाल सिंह अते तेज सिंह सेना तो बहुत डरते सन। गुप्त रूप में वो दोवें अंग्रेज दोवें जिहड़े सरदार सीगे अंग्रेज सरकार नाल मिल गए सन, यानी कि गद्दार सन, जिन्हां दी वजह के कारण 1845-46 जो पहला अंग्रेज सिख युद्ध होया उहदे विच सिखां दी जिहड़ी हार होई सी।
ਸਿੱਖ ਸੈਨਾ ਨੂੰ ਕਮਜ਼ੋਰ ਕਰਨ ਲਈ ਹੀ ਉਹਨਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਭੜਕਾਇਆ ਸੀ, ਯਾਨੀ ਕਿ ਉਹਨਾਂ ਨੂੰ ਯੁੱਧ ਕਰਨ ਲਈ ਉਹਨਾਂ ਨੇ ਉਕਸਾਇਆ ਸੀ 1845 ਈਸਵੀ ਵਿੱਚ ਲਾਲ ਸਿੰਘ ਤੇ ਤੇਜ ਸਿੰਘ ਨੇ। ਗਵਰਨਰ ਜਨਰਲ ਦੁਆਰਾ ਯੁੱਧ ਦਾ ਐਲਾਨ। ਤਾਂ ਉਪਰੋਕਤ ਕਾਰਨਾਂ ਤੋਂ ਸਪਸ਼ਟ ਹੈ ਕਿ ਅੰਗਰੇਜ਼ ਸਿੱਖਾਂ ਨਾਲ ਲੜਨਾ ਚਾਹੁੰਦੇ ਸਨ। 13 ਦਸੰਬਰ 1845 ਈਸਵੀ ਨੂੰ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਤਾਂ ਡੇਟ ਨੋਟ ਕਰ ਲੈਣੀ ਆ, 13 ਦਸੰਬਰ, ਠੀਕ ਹੈ ਜੀ, 1845 1845 13 ਦਸੰਬਰ 1845 ਈਸਵੀ ਨੂੰ ਜਿਹੜਾ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕੀਤਾ। ਔਰ ਉਸ ਸਮੇਂ ਜਿਹੜਾ ਗਵਰਨਰ ਜਨਰਲ ਸੀਗਾ ਲਾਰਡ ਹਾਰਡਿੰਗ, ਠੀਕ ਹੈ ਜੀ। ਪਹਿਲੇ ਅੰਗਰੇਜ਼ ਯੁੱਧ ਸਮੇਂ ਕੌਣ ਸੀਗਾ ਗਵਰਨਰ ਜਨਰਲ ਭਾਰਤ ਦਾ? ਲਾਰਡ ਹਾਰਡਿੰਗ। ਇਹ ਤੁਸੀਂ ਆਪਣੇ ਕੋਲੇ ਅੱਛੀ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੋਟ ਕਰ ਲੈਣੀਆਂ, ਬਾਰ-ਬਾਰ ਇਸ ਦਾ ਅਭਿਆਸ ਕਰਨਾ, ਠੀਕ ਹੈ। ਤੋ ਲਾਰਡ ਹਾਰਡਿੰਗ ਨੇ ਯੁੱਧ ਦਾ ਐਲਾਨ ਕਰ ਦਿੱਤਾ। ਹੁਣ ਘਟਨਾਵਾਂ, ਯੁੱਧ ਦੀਆਂ ਜਿਹੜੀਆਂ ਮੁੱਖ ਘਟਨਾਵਾਂ, ਕਿੱਥੇ ਕਿੱਥੇ ਯੁੱਧ ਹੋਇਆ। ਤੋ 11 ਦਸੰਬਰ 1845 ਈਸਵੀ ਨੂੰ ਲਗਭਗ 60,000 ਸਿੱਖ ਸੈਨਿਕਾਂ ਨੇ ਲਾਲ ਸਿੰਘ ਅਤੇ ਤੇਜ ਸਿੰਘ ਦੀ ਅਗਵਾਈ ਵਿੱਚ ਸਤਲੁਜ ਦਰਿਆ ਨੂੰ ਪਾਰ ਕੀਤਾ। 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਤਾਂ ਜੋ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਮੁੱਦਕੀ ਦੀ ਲੜਾਈ, ਤੋਂ ਸਭ ਤੋਂ ਪਹਿਲਾਂ ਸਾਡੇ ਕੋਲੇ ਆਇਆ ਹੈ ਜੀ ਮੁੱਦਕੀ ਦੀ ਲੜਾਈ 18 ਦਸੰਬਰ 1845, ਠੀਕ ਹੈ ਜੀ। ਦਸੰਬਰ 1845 ਈਸਵੀ ਵਿੱਚ ਜਿਹੜੀ ਮੁੱਦਕੀ ਦੀ ਲੜਾਈ ਹੁੰਦੀ ਹੈ, ਸਰ ਹਿਊਗ ਗਫ ਦੀ ਅਗਵਾਈ ਹੇਠ ਅੰਗਰੇਜ਼ ਸੈਨਾ ਫਿਰੋਜ਼ ਸ਼ਾਹ ਤੋਂ 15-16 ਕਿਲੋਮੀਟਰ ਦੂਰ ਮੁੱਦਕੀ ਨਾਂ ਦੇ ਸਥਾਨ ਤੇ ਜਾ ਪੁੱਜੀ। ਤੋਂ ਇਸ ਵਿੱਚ ਅੰਗਰੇਜ਼ ਸਰਕਾਰ ਦੀ ਜਿਹੜੀ ਅੰਗਰੇਜ਼ਾਂ ਦੀ ਸੈਨਿਕਾਂ ਦੀ ਅਗਵਾਈ ਕੌਣ ਕਰ ਰਿਹਾ? ਹਿਊਗ ਗਫ, ਸਰ ਹਿਊਗ ਗਫ, ਠੀਕ ਹੈ। ਲਾਲ ਸਿੰਘ ਛੋਟੀ ਜਿਹੀ ਸਿੱਖ ਸੈਨਾ ਨੂੰ ਮੁੱਦਕੀ ਲੈ ਆਇਆ। 18 ਦਸੰਬਰ 1845 ਨੂੰ ਲੜਾਈ ਸ਼ੁਰੂ ਹੋਈ, ਪਰ ਲੜਾਈ ਸ਼ੁਰੂ ਹੁੰਦਿਆਂ ਹੀ ਲਾਲ ਸਿੰਘ ਆਪਣਾ ਨਿਸ਼ਚਿਤ ਕੀਤੀ ਯੋਜਨਾ ਅਨੁਸਾਰ ਮੈਦਾਨ ਵਿੱਚੋਂ ਭੱਜ ਗਿਆ, ਕਿਉਂਕਿ ਲਾਲ ਸਿੰਘ ਇੱਕ ਗੱਦਾਰ ਸੀਗਾ। ਉਸਨੇ ਪਹਿਲਾਂ ਹੀ ਯੋਜਨਾ ਬਣਾਈ ਸੀ ਅੰਗਰੇਜ਼ਾਂ ਦੇ ਨਾਲ ਮਿਲ ਕੇ ਕਿ ਜਦੋਂ ਯੁੱਧ ਸ਼ੁਰੂ ਹੋਏਗਾ ਉਹ ਯੁੱਧ ਵਿੱਚੋਂ ਆਪਣੇ ਸੈਨਿਕਾਂ ਸਮੇਤ ਜਿਹੜਾ ਯੁੱਧ ਦਾ ਮੈਦਾਨ ਛੱਡ ਜਾਏਗਾ। ਇਸ ਤਰ੍ਹਾਂ ਜਿਹੜੇ ਸਿੱਖ ਆ ਜਿਹੜੇ ਉਹ ਹਾਰ ਜਾਣਗੇ। ਤਾਂ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ, ਪਰ ਆਪਣੀ ਘੱਟ ਗਿਣਤੀ, ਯਾਨੀ ਕਿ ਘੱਟ ਗਿਣਤੀ ਅਤੇ ਨੇਤਾ ਦੀ ਗੱਦਾਰੀ ਕਾਰਨ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਤਾਂ ਮੁੱਦਕੀ ਦੀ ਲੜਾਈ ਦੇ ਵਿੱਚ ਕੌਣ ਗੱਦਾਰ ਸੀਗਾ ਜੋ ਸਿੱਖ ਸੈਨਾ ਨੂੰ ਛੱਡ ਕੇ ਉੱਥੋਂ ਦੌੜ ਗਿਆ ਸੀ? ਤਾਂ ਨਾਮ ਰੱਖਣਾ ਯਾਦ ਤੁਸੀਂ ਸਾਰਿਆਂ ਨੇ, ਲਾਲ ਸਿੰਘ, ਠੀਕ ਹੈ ਜੀ। ਅਗਲਾ ਸਾਡੇ ਕੋਲੇ ਜਿਹੜਾ ਨੈਕਸਟ ਹੈ, ਇਸ ਦਾ ਮੁੱਖ ਕਾਰਨ ਫਿਰੋਜ਼ ਸ਼ਾਹ ਜਾਂ ਫਿਰੋਜ਼ ਸ਼ਹਿਰ ਦੀ ਲੜਾਈ 21 ਦਸੰਬਰ 1845। ਹੁਣ ਡੇਟਸ ਯਾਦ ਰੱਖਣੀਆਂ ਔਖੀਆਂ ਨਹੀਂ ਹੋਣੀਆਂ ਚਾਹੀਦੀਆਂ। 18 ਦਸੰਬਰ ਮੁੱਦਕੀ ਦੀ ਲੜਾਈ ਹੈ ਔਰ 21 ਦਸੰਬਰ ਫਿਰੋਜ਼ ਸ਼ਾਹ ਜਾਂ ਫਿਰੋਜ਼ਪੁਰ ਦੀ ਲੜਾਈ ਹੈ। ਮੁੱਦਕੀ ਦੀ ਲੜਾਈ ਪਿੱਛੋਂ 20 ਦਸੰਬਰ 1845 ਈਸਵੀ ਨੂੰ ਫਿਰੋਜ਼ਪੁਰ ਤੋਂ ਜਾਨ ਲਿਟਲਰ ਅਧੀਨ ਅੰਗਰੇਜ਼ ਸੈਨਾ ਹਿਊਗ ਗਫ ਦੀ ਸੈਨਾ ਨਾਲ ਜਾ ਮਿਲੀ, ਠੀਕ ਹੈ। ਤੋ ਹਿਊਗ ਗਫ ਦੀ ਸੈਨਾ ਤਾਂ ਪਹਿਲਾਂ ਹੀ, ਤੇ ਉਸ ਦੇ ਨਾਲ ਇੱਕ ਹੋਰ ਸੈਨਾ ਮਿਲ ਜਾਂਦੀ ਹੈ, ਜਾਨ ਲਿਟਲਰ। 21 ਦਸੰਬਰ ਨੂੰ ਬ੍ਰਿਟਿਸ਼ ਸੈਨਾ ਨੇ ਫਿਰੋਜ਼ ਸ਼ਾਹ ਜਾਂ ਫਿਰੋਜ਼ ਸ਼ਹਿਰ ਵਿਖੇ ਸਿੱਖ ਸੈਨਾ ਉੱਤੇ ਹਮਲਾ ਕਰ ਦਿੱਤਾ। ਇਸ ਯੁੱਧ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਸਿੱਖ ਸੈਨਾ ਦੀ ਅਗਵਾਈ ਕਰ ਰਹੇ ਸਨ। ਸਿੱਖ ਸੈਨਿਕਾਂ ਦੇ ਅਸਾਧਾਰਨ ਦਲੇਰੀ ਅਤੇ ਬਹਾਦਰੀ ਨਾਲ ਵੈਰੀ ਦਾ ਮੁਕਾਬਲਾ ਕੀਤਾ। ਸਿੱਖਾਂ ਦੀਆਂ ਤੋਪਾਂ ਨੇ ਵੈਰੀ ਦੀਆਂ ਤੋਪਾਂ ਦਾ 1/3 ਭਾਗ ਨਕਾਰਾ ਕਰ ਦਿੱਤਾ, ਪਰ ਰਾਤ ਨੂੰ ਲਾਲ ਸਿੰਘ ਰਣ ਖੇਤਰ ਵਿੱਚੋਂ ਨੱਸ ਗਿਆ। ਦੂਜੇ ਪਾਸੇ ਤੇਜ ਸਿੰਘ, ਜਿਹੜਾ ਕਿ ਸਿੱਖਾਂ ਦੀ ਫੌਜ ਦੀ ਜਿੱਤ ਨਹੀਂ ਸੀ ਚਾਹੁੰਦਾ, ਸਿੱਖਾਂ ਦੇ ਨਵੇਂ ਅਤੇ ਤਾਜ਼ਾ ਦਮ ਦਸਤੇ ਆਉਣ ਤੇ ਵੀ ਮੈਦਾਨ ਵਿੱਚੋਂ ਭੱਜ ਗਿਆ। ਫਸਰੂਪ ਅੰਗਰੇਜ਼ ਹਾਰਦੇ ਜਿੱਤ ਗਏ। ਤਾਂ ਇਸ ਤਰ੍ਹਾਂ ਲਾਲ ਸਿੰਘ ਅਤੇ ਤੇਜ ਸਿੰਘ ਦੀ ਜਿਹੜਾ ਗੱਦਾਰੀ ਦੇ ਕਾਰਨ ਫਿਰੋਜ਼ ਸ਼ਾਹ ਜਾਂ ਫਿਰੋਜ਼ ਸ਼ਹਿਰ ਦੀ ਲੜਾਈ ਹੋਈ ਹੈ 21 ਦਸੰਬਰ 1845 ਨੂੰ। ਉਹਦੇ ਵਿੱਚ ਵੀ ਸਿੱਖਾਂ ਦੀ ਜਿਹੜੀ ਹਾਰ ਹੋਈ ਆ ਲਾਲ ਸਿੰਘ ਅਤੇ ਤੇਜ ਸਿੰਘ ਜੋ ਉਹਨਾਂ ਦੇ ਨੇਤਾ ਸੀ, ਉਹਨਾਂ ਦੀ ਗੱਦਾਰੀ ਦੇ ਕਾਰਨ, ਠੀਕ ਹੈ। ਤੋ ਅੱਗੇ ਮੈਪ ਹੈ, ਅਸੀਂ ਮੈਪ ਵੀ ਕਰਾਂਗੇ। ਮੈਪ ਦੇ ਨਾਲ ਸੰਬੰਧਿਤ ਤੁਹਾਨੂੰ ਥੋੜ੍ਹੀ ਇਹਦੀ ਮੈਂ ਟ੍ਰਿਕ ਵੀ ਦੱਸਾਂਗਾ, ਜਿਹਦੇ ਨਾਲ ਤੁਹਾਨੂੰ ਮੈਪ ਬੜਾ ਅੱਛੇ ਤਰੀਕੇ ਨਾਲ ਯਾਦ ਰਹੇਗਾ। ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਾਣਕਾਰੀ ਲਈ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ 1 ਨੰਬਰ ਦਾ ਮੈਪ ਆਉਣਾ, ਔਰ ਇੱਥੇ ਸਾਡੇ ਕੋਲੇ ਸਿਰਫ 4 ਔਰ 5 ਸਥਾਨ ਹੈ। ਔਰ 5 ਸਥਾਨ ਅਸੀਂ ਬੜੇ ਹੀ ਧਿਆਨ ਦੇ ਨਾਲ ਅਗਰ ਅਸੀਂ ਇਸ ਨੂੰ ਜਾਂਚ ਲਈਏ, ਸਮਝ ਲਈਏ, ਫਿਲ ਕਰਨਾ ਸਿੱਖ ਲਈਏ ਤਾਂ ਅਸੀਂ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਕੋਈ ਇੱਕ ਪੁਆਇੰਟ ਅਸੀਂ ਨਿਸ਼ਚਿਤ ਕਰਨਾ ਹੈ, ਪੁਆਇੰਟ ਟੂ ਪੁਆਇੰਟ ਲਾਈਨਿੰਗ ਲਗਾ ਕੇ, ਜਿਸ ਤਰ੍ਹਾਂ ਮੈਂ ਕਹਿ ਲਾਂ ਕਿ ਤੁਸੀਂ ਇਸ ਪੁਆਇੰਟ ਤੋਂ ਇੱਦਾਂ ਸਿੱਧੀ ਲਾਈਨ ਖਿੱਚੋ ਇਸ ਪੁਆਇੰਟ ਤੱਕ।
ठीक है जी। कोई भी तुसी ट्रिक और इत्थे देखो तुसी मोड़ आ रहा है, इत्थे तुसी ये जिथे पॉइंट ते बिंदु नाल कट रहा है उत्थों लाइन इस साइड नूं खिच दो सीधी स्केल रख के, तो जिथे पॉइंट कट रहा है सानू पता लग जाएगा हाँ जी इत्थे एक पॉइंट है। कोई एक पॉइंट जिस तरह असी सबराउं लगा लिया, उस तो बाद जिहड़े पॉइंट है नेड़े नेड़े लगाने सानू बिल्कुल ईजी हो जाणगे। तो इस तरीके दे नाल असी मैप नूं जिहड़ा वधिया बहुत वधिया तरीके नाल इस नूं लर्न कर सकते हैं। सीधा असी इत्थों लगा सकते हैं, असी इधरों एरो लगा के देख सकते हैं, असी उपरों, यानी कि मैप फिल करन दे लई सानू इस तरह के जिहड़े हैगे आ अपने कोलों छोटे छोटे तुसी ट्रिक अपना सकते हो। क्योंकि मैप जिहड़ा देखो खाली मैप मिलना सानू 1947 तो पहलां दा, और खाली मैप दे विच असी अपने कोलों जिहड़ा तुहानूं मैं खाली मैप जद भरावांगा वीडियो मैं स्पैशल तुहाडे लई लैके आवांगा, तुहानूं मैं पूरी जानकारी जिस तरह मैं एरो लगाया होया राइट साइड तो लैफ्ट साइड नूं जा रहा, तो देखो तुसी एरो जो बिल्कुल है वो इस पॉइंट तो शुरू किया, तो इस पॉइंट तो तुसी देख रहे हो कि मैप दे विच लाइन मुड़ रही है, तो इत्थों असी आसानी नाल अंदर नूं लाइन खिंच देनी आ। और बिल्कुल पॉइंट देखो तीर दे सामने जिहड़ा एरो दे सामने तुहाडा बद्दोवाल आ रहा, बद्दोवाल दे थोड़ा जिहा उपर अलीवाल है, सामने बिल्कुल मुदकी है, वो मुदकी तो भी मैं नीचों उपर नूं लिया उधरों भी लिया, यानी कि इस तरह तुसी एरो लगा के एक सेंटर पॉइंट बना लेना है। उस सेंटर पॉइंट ते जिहड़ा भी साडा यह मिल रहा है कोई भी जिहड़ा पॉइंट साडा मिल रहा है उस पॉइंट नूं ही असी मान लेना है कि हाँ जी, और साडा जिहड़ा मैप आ वो बिल्कुल सही होएगा। किसी भी पासे असी इस तरह करके उसका सेंटर पॉइंट कर लेना, ठीक है जी। तो बाकी मैं खाली मैप दे विच तुहानूं करवावांगा। बाकी सबराओं फिरोज शहर बिल्कुल नेड़े नेड़े स्थान है, एक स्थान सानू भरना आ गया, असी सारे का सारा मैप ये सीख लिया समझो, ठीक है जी। तो असी अगे चलते हैं। बद्दोवाल की लड़ाई 21 जनवरी 1846 ईस्वी, ठीक है। तो सन चेंज हो गए आ, ये तुसी याद रखना। जिहड़ियां पहलियां असी लड़ाइयां पढ़ियां वो दसंबर 1845 दे विच सीगियां, हुण असी 21 यानी कि जनवरी 1846 ईस्वी विच आ गए हैं। 21 जनवरी 1846 ईस्वी नूं सरदार रणजोत सिंह मजीठिया ने लाड़वे दे सरदार अजीत सिंह नाल मिल के अपनी सेना सहित सतलुज दरिया नूं पार किया। उन्होंने लुधियाना उत्ते हमला करन दीयां तैयारियां भी पूरीआं कर लईआं। पता लगन ते सर हैनरी समिथ ने अपनी सेना सहित लुधियाना की रक्षा लई कूच किया। बद्दोवाल पिंड विखे दोनों धिरां विचकार लड़ाई हुई। इस लड़ाई में सरदार रणजोत सिंह की जित हुई। अंग्रेज़ों का काफ़ी समान अते भोजन पदार्थ सिखां दे हथ लगे। तो बद्दोवाल की लड़ाई में की आ सिखां की जिहड़ी आ जित हुंदी है, ठीक है, ये याद रखना। पहले एंग्लो सिख युद्ध दे विच बद्दोवाल की लड़ाई दे विच सिख जिहड़े जेतू होए आ। अगे आ गया अलीवाल की लड़ाई 28 जनवरी 1846 है। तो फिरोजपुर तो सहायक सेना आउण ते सर हैनरी समिथ, तो देखो सहायक सेना आई क्योंकि बद्दोवाल की लड़ाई में हार गए सी, तो फिरोजपुर तो होर सहायक सेना भेजी गई, ठीक है। तो असी स्टार्टिंग दे विच ही पढ़िया सी कि फिरोजपुर ते कब्जा करके उन्होंने उत्थे अपनी एक सैनिक जिहड़ी छावनी है वो स्थापित कर ली थी। सर हैनरी समिथ ने 28 जनवरी 1846 ईस्वी नूं अचानक ही अलीवाल उत्ते विखे सरदार रणजोत सिंह की अगवाई विच डेरा लाई बैठी सेना उत्ते धावा बोल दिता। इसलिए सिख सेना भज के सतलुज पार कर गई तो अंग्रेज़ों की जित हुई। सबराओं की लड़ाई ये बहुत महत्वपूर्ण है। 10 फरवरी 1846 ईस्वी नूं सिख सेना ने तेज सिंह ते लाल सिंह अधीन सबराओं विखे डेरे ला रखे सन। उन्होंने अंग्रेज़ों को संभालण लई 13 दिन का मौका संभलण लई 13 दिन का मौका दिता अते उन्हां उत्ते कोई हमला ना किया। 10 फरवरी 1846 ईस्वी नूं जदों सिखां ते अंग्रेज़ों विच युद्ध शुरू होया तां तेज सिंह ते लाल सिंह युद्ध शुरू हुंदियां ही लड़ाई दे मैदान विचों नस गए। शाम सिंह अटारी वाला मरदे दम तक वैरी नाल लड़दा रहा, उसकी मौत हो जाण ते सिख सेना की हार हो गई। तो सबराओं की जित पिछों अंग्रेज़ सेना ने सतलुज पार किया, लाहौर वल वध रही उस सेना सीगी जिहड़ी सेना सीगी दा सिखां ने कोई विरोध ना किया, यानी कि अंग्रेज़ सेना सीधी कित्थे पहुँच जाती है लाहौर। तो अंग्रेज़ सेना 20 फरवरी 1846 ईस्वी नूं लाहौर विखे पहुँच जाती है, ठीक है जी। तो इस तरह असी अज सिर्फ कारण पढ़े और घटनावां असी जानियां। अगली वीडियो दे विच लाहौर की संधि जो कि बहुत ही महत्वपूर्ण टॉपिक है, लाहौर की पहली संधि, लाहौर की दूजी संधि, जो भी अगे नैक्सट टॉपिक होएगा उहदे विच तुहानूं सारी जानकारी दी जाऊगी। तब तक लिए फिलहाल तुसीं इस वीडियो की रिवीजन करो,
ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਕੋਈ ਵੀ ਵੀਡੀਓ ਆਉਂਦਾ ਹੈ ਮੈਪ ਨਾਲ ਸਾਰੇ ਸੰਬੰਧਿਤ ਵੀਡੀਓ ਪਾਏ ਜਾਣਗੇ ਤੁਹਾਡੇ ਲਈ ਇੰਡੀਆ ਦੇ ਮੈਪ ਨਾਲ, ਔਰ ਆਸਾਨ ਟ੍ਰਿਕ ਦੱਸੇ ਜਾਣਗੇ ਕਿਸ ਤਰ੍ਹਾਂ ਅਸੀਂ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਯਾਦ ਰੱਖ ਸਕਦੇ ਹਾਂ। ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਇਸ ਨੂੰ ਸ਼ੇਅਰ ਵੀ ਕਰਨਾ, ਕਿਉਂਕਿ PSEB ਦੇ ਨਾਲ ਸੰਬੰਧਿਤ ਜਿੰਨੇ ਵੀ ਵਿਦਿਆਰਥੀ ਆ ਉਹ ਇਸ ਦਾ ਲਾਭ ਉਠਾ ਸਕਣ। ਅਗਰ ਤੁਹਾਡੇ ਵੱਲੋਂ ਕੋਈ ਕਿਸੇ ਕਿਸਮ ਦਾ ਸੁਝਾਅ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਵੱਲੋਂ ਕੋਈ ਅਗਰ ਸੁਝਾਅ ਹੋਵੇ ਤਾਂ ਸਾਡੇ ਲਈ ਬਹੁਤ ਹੀ ਸਤਿਕਾਰਪੂਰਨ ਹੈ। ਅਸੀਂ ਉਸ ਦਾ ਪੂਰਾ ਧਿਆਨ ਰੱਖਦੇ ਹੋਏ ਅਗਲੇ ਸਮੇਂ ਦੇ ਵਿੱਚ ਉਸ ਦਾ ਯਾਨੀ ਕਿ ਪ੍ਰਯੋਗ ਕਰ ਸਕੀਏ। ਤਾਂ ਉਸ ਸਲਾਹ ਦੇ ਲਈ ਤੁਹਾਡਾ ਥੈਂਕ ਯੂ ਪਹਿਲਾਂ ਤੋਂ ਹੀ ਹੈ। ਤਾਂ ਸਾਰਿਆਂ ਨੇ ਹੀ ਆਪਣੀ ਜਿਹੜੀ ਹੈ ਪੜ੍ਹਾਈ ਦੇ ਨਾਲ ਸੰਬੰਧਿਤ ਜਿਹੜਾ ਪੂਰਾ ਧਿਆਨ ਉਸੇ ਤਰ੍ਹਾਂ ਹੀ ਲਗਾਈ ਰੱਖਣਾ ਹੈ। ਦੇਖੋ ਜੀ ਕੋਵਿਡ-19 ਹੈ ਚਾਹੇ ਕੁਛ ਵੀ ਹੈ, ਬਟ ਅਸੀਂ ਇਸ ਜਿਹੜੀ ਸਟੱਡੀ ਹੈ ਸਾਡੀ, ਜਿਹੜਾ ਸਾਡਾ ਪੜ੍ਹਾਈ ਹੈ ਉਹ ਸਾਡੇ ਜੀਵਨ ਦਾ ਬਹੁਤ ਹੀ ਅਨਿੱਖੜਵਾਂ ਅੰਗ ਹੈ। ਇਸ ਦੇ ਨਾਲ ਅਸੀਂ ਜੀਵਨ ਦੀ ਹਰ ਜਿਹੜੀ ਮੰਜ਼ਿਲ ਹੈ, ਜੋ ਸਾਡੀ ਇੱਛਾ ਹੈ, ਉਸ ਨੂੰ ਅਸੀਂ ਪੂਰਾ ਕਰ ਸਕਦੇ ਹਾਂ। ਬਟ ਮੁਸ਼ਕਲਾਂ ਹੈਗੀਆਂ ਜਿਹੜੀਆਂ, ਉਹਨਾਂ ਤੋਂ ਘਬਰਾਉਣਾ ਨਹੀਂ, ਡਰਨਾ ਨਹੀਂ, ਇਹਨਾਂ ਨੂੰ ਫੇਸ ਕਰਦੇ ਹੋਏ ਅੱਗੇ ਨਿਕਲਣਾ ਹੈ। ਠੀਕ ਹੈ, ਪਰਮਾਤਮਾ ਕਰੇ ਕਿ ਆਪ ਜੀ ਦੀ ਜੋ ਵੀ ਇੱਛਾ ਹੈ, ਜੋ ਵੀ ਕਿਸੇ ਦੀ ਵੀ ਇੱਛਾ ਹੈ, ਉਹ ਉਹਨਾਂ ਦੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਬਣੀ ਰਹੇ। ਓਕੇ ਜੀ, ਬਹੁਤ ਧੰਨਵਾਦ ਜੀ। ਅਗਲੀ ਵੀਡੀਓ ਲਈ, ਤਦ ਤੱਕ ਲਈ ਤੁਹਾਡਾ ਸਮਾਂ ਸ਼ੁਭ ਹੋਵੇ।